ਅੱਜ ਤੁਹਾਡੇ ਸਾਹਮਣੇ ਮੈਂ ਇੱਕ ਨया ਪ੍ਰੋਗਰਾਮ ਯਿਸੂ ਕੁਝ ਵੀ ਕਰ ਸਕਦਾ ਦੇ ਪਲੇਟਫਾਰਮ ਦੇ ਉੱਤੇ ਤੁਹਾਡੀ ਜਾਣੀ ਪਛਾਣੀ ਆਪਣੀ ਤੁਹਾਡੀ ਕੁਲਵਿੰਦਰ ਲੈ ਕੇ ਹਾਜ਼ਰ ਹਾਂ ਮੈਰਿਜ ਲਾਈਫ ਐਂਡ ਸੈਟੈਨਿਕ ਲਾਈਫ। ਇਹਦੇ ਵਿੱਚ ਅਸੀਂ ਦੇਖਣਾ ਹੈ ਕਿ ਮੈਰਿਜ ਲਾਈਫ ਤਾਂ ਰਿਪਰੈਜ਼ੈਂਟ ਕਰਦੀ ਆ ਦੋ ਲੋਕ ਜਿਹੜੇ ਕਿ ਇਕੱਠੇ ਖੁਦਾ ਦੀ ਹਜ਼ੂਰੀ ਦੇ ਵਿੱਚ ਇਕੱਠੇ ਤੁਰਨ ਦਾ, ਇਕੱਠੇ ਜੀਵਨ ਮਰਨ ਦਾ, ਇਕੱਠੇ ਖੁਦਾ ਦੀ ਹਜ਼ੂਰੀ ਦੇ ਵਿੱਚ ਵਧਣ ਦਾ ਅੱਗੇ। ਅਤੇ ਜਿਸ ਤਰ੍ਹਾਂ ਐਡਮ ਐਂਡ ਈਵ ਨੇ ਇਸ ਦੁਨੀਆ ਨੂੰ ਫੁਲਫਿਲ ਕੀਤਾ ਖੁਦਾ ਦੀ ਮਰਜ਼ੀ ਮੁਤਾਬਿਕ, ਉਹ ਪੈਟਰਨ ਹੈ। ਅਤੇ ਦੂਸਰਾ ਸੈਟੈਨਿਕ ਲਾਈਫ ਜੋ ਕਿ ਲੋਕ ਬਿਲਕੁਲ ਮੈਰਿਜ ਦੇ ਅਗੇਂਸਟ ਹੁੰਦੇ ਨੇ, ਜੋ ਜਿਨ੍ਹਾਂ ਨੂੰ ਮੈਰਿਜ ਪਸੰਦ ਨੇ ਜਾਂ ਫਿਰ ਮੈਰਿਜ ਹੋ ਜਾਂਦੀ ਪਰ ਉਹ ਉਹਨਾਂ ਦੀ ਜ਼ਿੰਦਗੀ ਵਿੱਚ ਡੈਵਲ ਡਿਮੋਨਿਕ ਫੋਰਸਿਸ ਜਿਹੜੀਆਂ ਆਪਾਂ ਕਹਿੰਦੇ ਈਵਲ ਫੋਰਸਿਸ ਉਹ ਸਟਿਲ ਨਾਲ ਚੱਲਦੀਆਂ ਰਹਿੰਦੀਆਂ ਨੇ ਅਤੇ ਉਹਨਾਂ ਨੂੰ ਨਹੀਂ ਉਹਨਾਂ ਦੀ ਮੈਰਿਜ ਲਾਈਫ ਦੇ ਵਿੱਚ ਬਰਕਰਾਰ ਰੱਖਣ ਦਿੰਦੀਆਂ। ਇਹਦੇ ਬਾਰੇ 'ਚ ਅਸੀਂ ਡਿਸਕਸ ਕਰਨਾ ਹੈ। ਪਹਿਲਾ ਚੈਪਟਰ ਜਿਹੜਾ ਅਸੀਂ ਇਹ ਦੇਖਣਾ ਹੈ ਕਿ ਅਸੀਂ ਕਿਸ ਤਰ੍ਹਾਂ ਮੈਰਿਜ ਨੂੰ ਬੁਲਟ ਪ੍ਰੂਫ ਕਰੀਏ, ਭਾਵ ਅਸੀਂ ਉਹਨੂੰ ਪ੍ਰੋਟੈਕਟ ਕਰੀਏ ਕਿ ਸਾਡੀ ਜਿਹੜੀ ਮੈਰਿਜ ਆ ਉਹ ਕਿਸੇ ਵੀ ਤਰ੍ਹਾਂ ਦੀ ਖਤਰੇ, ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਿਲਾਂ, ਜਿਸ ਤਰ੍ਹਾਂ ਅੱਜ ਕੱਲ੍ਹ ਵਾਇਰਸ ਚੱਲ ਰਹੀ, ਕਿਸੇ ਵੀ ਤਰ੍ਹਾਂ ਦੀ ਵਾਇਰਸ ਦਾ ਸ਼ਿਕਾਰ ਨਾ ਹੋਏ। ਜੀ, ਮੈਂ concerned about the rising rate of divorce, some Mexican lawmakers are proposing a new law, renewable marriage contracts. ਡਿਵੋਰਸ ਜਿਹਨੂੰ ਕਿ ਆਪਾਂ ਤਲਾਕ ਕਹਿੰਦੇ ਉਹ ਕਿਉਂਕਿ ਉਹਦਾ ਰੇਟ ਬਹੁਤ ਵੱਧ ਗਿਆ ਹੈ ਅਤੇ ਮੈਕਸੀਕੋ ਦੇ ਜਿਹੜੇ ਕਾਨੂੰਨ ਬਣਾਉਣ ਵਾਲੇ ਆ ਉਹਨਾਂ ਨੇ ਇੱਕ ਨਈ ਗੱਲ ਜਿਹੜੀ ਆ ਉਹ ਮਤਲਬ ਦਿਖਾਈ ਆ। ਉਹ ਕਹਿੰਦੇ ਕਿ ਸ਼ਾਦੀ ਜਿਹੜੀ ਉਹਨੂੰ ਕੰਟਰੈਕਟ 'ਤੇ ਹੋਣੀ ਚਾਹੀਦੀ ਕਿ ਉਹ ਤੁਸੀਂ ਉਹਨੂੰ ਜਦੋਂ ਤੁਹਾਡਾ ਦਿਲ ਕਰੇ, ਭਾਵ 1 ਸਾਲ ਬਾਅਦ 2 ਸਾਲ ਬਾਅਦ ਤੁਸੀਂ ਰੀਨਿਊ ਕਰਦੇ ਜਾਓ ਤਾਂ ਕਿ ਸ਼ਾਦੀ ਲਈ ਉਹਨਾਂ ਨੇ ਇੱਕ ਪ੍ਰਪੋਜ਼ਲ ਜਿਹੜਾ ਨਾ ਉਹ ਸਾਨੂੰ ਦਿੱਤਾ। ਦੇ ਬਲੀਵ ਦੇ ਹੈਵ ਫਾਊਂਡ ਦ ਪਰਫੈਕਟ ਸੋਲੂਸ਼ਨ ਟੂ ਪ੍ਰੀਵੈਂਟ ਸੀਰੀਅਸ ਮੈਰਿਜ ਕ੍ਰਾਈਸਿਸ ਐਂਡ ਡਿਵੋਰਸ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਸ਼ਾਦੀ ਵਿਚਲੀਆਂ ਜਿਹੜੀਆਂ ਮੁਸ਼ਕਿਲਾਂ ਆ, ਮਸਲੇ ਮਸਾਇਲ ਆ ਅਤੇ ਤਲਾਕ ਤੋਂ ਬਚਣ ਦੇ ਜਿਹੜੇ ਉਹਨਾਂ ਝਮੇਲੇ ਆ ਉਹਨਾਂ ਦੇ ਲਈ ਇੱਕ ਬਹੁਤ ਹੀ ਵਧੀਆ ਜਿਹੜਾ ਉਹਨਾਂ ਨੇ ਇੱਕ ਸੋਲੂਸ਼ਨ ਲੱਭਿਆ। Every 2 years married couple would have the option to reevaluate their relationship and choose whether to remain together and renew their contract or give up and go the separate ways. ਉਹਨਾਂ ਦੇ ਮੁਤਾਬਿਕ ਜਿਹੜਾ ਸ਼ਾਦੀशुदा ਜੋੜਾ ਆ ਉਹ 2 ਸਾਲਾਂ ਬਾਅਦ ਆਪਣੀ ਜਿਹੜਾ ਰਿਸ਼ਤਾ ਆ ਉਹਨੂੰ ਦੇਖਣਗੇ ਐਂਡ ਉਹਦੇ ਵਿੱਚ ਆਪਣੇ ਇਸ਼ੂਜ਼ ਜੋ ਵੀ ਪ੍ਰੋਬਲਮਸ ਜਾਂ ਖੁਸ਼ੀਆਂ ਉਹਨਾਂ ਨੂੰ ਤੋਲਣਗੇ, ਮਾਪਣਗੇ ਭਾਵ। ਅਤੇ ਫਿਰ ਅਗਰ ਉਹਨਾਂ ਨੂੰ ਲੱਗਿਆ ਕਿ ਉਹ ਵਾਪਸ ਇਕੱਠੇ ਰਹਿ ਸਕਦੇ ਆ ਅਤੇ ਉਹ ਇਕੱਠੇ ਰਹਿਣਗੇ ਅਤੇ ਆਪਣਾ ਜਿਹੜਾ ਕੰਟਰੈਕਟ ਆ ਉਹਨੂੰ ਰੀਨਿਊ ਕਰ ਲੈਣਗੇ। ਅਤੇ ਅਗਰ ਉਹਨਾਂ ਨੂੰ ਲੱਗਦਾ ਕਿ ਨਹੀਂ, ਉਹ ਇੱਕ ਦੂਸਰੇ ਨੂੰ ਦੁਖੀ ਜ਼ਿਆਦਾ ਕਰ ਰਹੇ ਨੇ ਸੁਖੀ ਕਰਨ ਦੀ ਬਜਾਏ, ਅਤੇ ਉਹ ਆਪਣੇ ਅਲੱਗ-ਅਲੱਗ ਰਾਹਾਂ 'ਤੇ ਚਲੇ ਜਾਣਗੇ। In addition to signing a temporary contract, the proposal suggests that a bride and groom protect themselves from a potential divorce proceeding. ਉਹਨਾਂ ਦੇ ਕਹਿਣ ਮੁਤਾਬਿਕ ਇਹ ਕੰਟਰੈਕਟ ਜਿਹੜਾ ਉਹਦਾ ਮਤਲਬ ਇਸ ਲਈ ਉਹ ਲੈ ਕੇ ਆਏ ਆ ਕਿ ਜਿਹੜੇ ਮਤਲਬ ਜੋੜਾ ਪਤੀ ਪਤਨੀ ਡਿਵੋਰਸ ਦੇ ਵਿੱਚੋਂ ਜਾਣ ਦੀ ਬਜਾਏ ਉਹ ਮਤਲਬ ਉਹ ਆਪਣੀ ਜਿਹੜੀ ਸ਼ਾਦੀशुदा ਜ਼ਿੰਦਗੀ ਉਸ ਤਕਲੀਫ ਤੋਂ ਬਚਣ ਲਈ ਉਹਨਾਂ ਨੇ ਆਹ ਸੁਝਾਅ ਦਿੱਤਾ। They would have to decide who will have custody of the children and how much alimony would be paid in child support in case of breakup. ਇੱਥੋਂ ਤੱਕ ਵੀ ਉਹਨਾਂ ਨੇ ਫੈਸਲਾ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਬੱਚੇ ਕਿਹਦੇ ਕੋਲ ਰਹਿਣਗੇ, ਕਿਸ ਤਰ੍ਹਾਂ ਕਿੰਨਾ ਵਕਤ ਕਿਹਦੇ ਕੋਲ ਰਹਿਣਗੇ ਅਤੇ ਮਤਲਬ ਕਿਹੜਾ ਉਹਨੂੰ ਕਿੰਨਾ ਪੈਸੇ ਦੋਨਾਂ ਜੋੜੇ ਦੇ ਵਿੱਚੋਂ ਦੇਵੇਗਾ ਜੇ ਉਹਨਾਂ ਨੂੰ ਟੁੱਟਣਾ ਪੈ ਜਾਵੇ ਤਾਂ। The proposal, which is now in Congress, has received board support from Mexicans who want to end the high cost of divorce and alimony. ਇਹ ਜਿਹੜਾ ਪ੍ਰਪੋਜ਼ਲ ਉਹਨਾਂ ਨੇ ਦਿੱਤਾ ਹੈ ਉਹ ਇਸ ਵੇਲੇ ਮਤਲਬ ਉਹਨਾਂ ਦੇ ਕੋਰਟ ਦੇ ਵਿੱਚ ਪਿਆ ਹੈ, ਜਿਹੜਾ ਕਿ ਬਹੁਤ ਸਾਰੇ ਲੋਕਾਂ ਦੀ ਇਹਨੂੰ ਜਿਹੜੀ ਮਦਦ ਹਾਸਲ ਆ, ਸਪੋਰਟ ਹਾਸਲ ਆ ਕਿ ਇਹਨੂੰ ਉਹ ਕਹਿੰਦੇ ਕਿ ਇਹਦੇ ਉੱਤੇ ਮੋਹਰ ਲਾ ਦਿੱਤੀ ਜਾਵੇ ਅਤੇ ਤਾਂ ਕਿ ਮਤਲਬ ਜਿਹੜਾ ਖਰਚ ਲੋਕਾਂ ਦਾ ਡਿਵੋਰਸ ਕਰਨ 'ਤੇ ਆਉਂਦਾ ਜਾਂ ਫਿਰ ਜਿਹੜਾ ਉਹਨਾਂ ਨੂੰ ਬਾਅਦ ਵਿੱਚ ਖਰਚ ਦੇਣ 'ਤੇ ਆਉਂਦਾ, ਐਲਮਨੀ ਪੈਸੇ ਦੇਣ 'ਤੇ ਆਉਂਦਾ, ਉਹ ਜਿਹੜਾ ਵੀ ਉਹ ਬਚੇ। ਆਫਟਰ ਆਲ ਮੈਰਿਜ ਸਟੈਟਿਸਟਿਕ ਇਨ ਮੈਕਸੀਕੋ ਸਿਟੀ ਆਰ ਬਲੀਕ। 5 out of 10 ਮੈਰਿਜ end up in divorce. ਇਹ ਅਸੀਂ ਉਸ ਸ਼ਹਿਰ ਦੀ ਗੱਲ ਕਰ ਰਹੇ ਹਾਂ ਮੈਕਸੀਕੋ ਸਿਟੀ ਦੀ, ਜਿੱਥੇ ਹਰ 10 ਮੈਰਿਜਸ ਦੇ ਵਿੱਚੋਂ
5 ਮੈਰਿਜ ਜਿਹੜੀਆਂ ਉਹ ਟੁੱਟ ਜਾਂਦੀਆਂ ਨੇ। ਅਸੀਂ ਉਸ ਮੁਆਸ਼ਰੇ ਦੀ ਗੱਲ ਕਰ ਰਹੇ, ਇਸ ਮੁਆਸ਼ਰੇ ਦੀ ਨਹੀਂ, ਪਰ ਮੈਂ ਤੁਹਾਡੇ ਨਾਲ ਕੁਝ ਚੀਜ਼ਾਂ ਜਿਹੜੀਆਂ ਨਾ ਫੈਕਟਸ ਜਿਹੜੇ ਸਾਂਝੇ ਕਰਨ ਜਾ ਰਹੀ ਕਿ ਅਸੀਂ ਉਹਨਾਂ ਤੋਂ ਕੁਝ ਸਿੱਖਣਾ ਹੈ ਇਹਦੇ ਵਿੱਚ। If the law is passed, conversations like this may become commonplace between classmates in school. ਅਗਰ ਇਹ ਕਾਨੂੰਨ ਪਾਸ ਹੋ ਜਾਂਦਾ ਆ ਤੇ ਫਿਰ ਜਿਹੜੇ ਪਤੀ ਪਤਨੀ ਆ ਉਹ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਮਤਲਬ ਇੱਕ ਦੂਸਰੇ ਦੇ ਕਲਾਸ ਫੈਲ ਹੁੰਦੇ ਨੇ, ਉਸ ਤਰੀਕੇ ਦੇ ਉਹਨਾਂ ਦੇ ਮਤਲਬ ਜਿਹੜਾ ਰਿਸ਼ਤਾ ਆ ਉਹ ਸਾਨੂੰ ਨਜ਼ਰ ਆਏਗਾ। Hey, what are you going over the school holiday? A teenager ask a friend. ਜਿਸ ਤਰ੍ਹਾਂ ਕਿ ਕੋਈ ਕਿਸੇ ਨੂੰ ਪੁੱਛਦਾ ਹੋਵੇ ਕਿ ਕੀ ਤੂੰ ਛੁੱਟੀਆਂ ਦੇ ਵਿੱਚ, ਸਕੂਲ ਦੀ ਛੁੱਟੀਆਂ ਦੇ ਵਿੱਚ ਕਿਸੇ ਹੋਰ ਥਾਂ ਤੇ ਜਾਣਾ ਹੈ? Well, it depends if my dad renew his marriage contract with my mom. ਤਾਂ ਬੱਚੀ ਕਿਸ ਤਰ੍ਹਾਂ ਜਵਾਬ ਦਿੰਦੀ ਆ ਕਿ ਕਹਿੰਦੀ ਆ ਇਹ ਡਿਪੈਂਡ ਕਰਦਾ ਹੈ ਕਿ ਜੇ ਮੇਰਾ ਪਿਓ ਮੇਰੀ ਮਾਂ ਦੇ ਨਾਲ ਜਿਹੜਾ ਕੰਟਰੈਕਟ ਆ ਉਹ ਰੀਨਿਊ ਕਰੂਗਾ ਸ਼ਾਦੀ ਦਾ ਕਿ ਨਹੀਂ। ਅਸੀਂ ਦੇਖਦੇ ਹਾਂ ਕਿ ਕਿਸ ਹੱਦ ਤੱਕ ਮਤਲਬ ਜਿਹੜੀ ਹੈ ਨਾ ਇਹ ਸੈਡ ਸਟੋਰੀ ਜਿਹੜੀ ਜਾਈ ਜਾਂਦੀ। ਵੈਲ probably go to Disneyland. If not, then I'll have to see which one of them want me, and since my last few reports card have been pretty bad, they'll probably send me to my grandma. तो बच्ची कहती कि फिर मैंने देखना पऊगा कि ਕਿਹੜਾ ਮੈਨੂੰ ਨਾਲ ਰੱਖਣਾ ਚਾਹੁੰਦਾ ਆ। ਤੇ ਕਹਿੰਦੀ ਜਿਸ ਤਰੀਕੇ ਦੇ ਨਾਲ ਮੇਰੀਆਂ ਸਕੂਲ ਦਾ ਰਿਜ਼ਲਟ ਆ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਮੈਨੂੰ ਮੇਰੀ ਦਾਦੀ ਜਾਂ ਨਾਨੀ ਕੋਲ ਭੇਜ ਦੇਣਾ ਹੈ, ਕਿਉਂਕਿ ਉਹਨਾਂ ਨੇ ਕਹਿਣਾ ਤੂੰ ਤਾਂ ਠੀਕ ਤਰ੍ਹਾਂ ਪੜ੍ਹ ਨਹੀਂ ਰਹੀ। I don't want to be bearer of bad news, but here is in fact marriage as an institution is breaking down under the heavy attack from various elements in society. ਮੈਂ ਤੁਹਾਡੇ ਨਾਲ ਮਤਲਬ ਬੁਰੀ ਖਬਰ ਤੇ ਨਹੀਂ ਸ਼ੇਅਰ ਕਰਨਾ ਚਾਹ ਰਹੀ, ਪਰ ਸਮਾਜ ਦਾ ਜਿਹੜਾ ਪ੍ਰੈਸ਼ਰ ਆ ਦੁਨੀਆ ਦਾ ਜਿਹੜਾ ਇੱਕ ਜੋੜਿਆਂ ਉੱਤੇ ਜਾਂ ਫਿਰ ਉਹਨਾਂ ਦੀ ਜਿਹੜੀ ਜੋ ਕੁਛ ਅੱਜ ਕੱਲ੍ਹ ਉਹਨਾਂ ਨੇ ਸਾਨੂੰ ਜੋ ਕੁਛ ਅਸੀਂ ਦੇਖਦੇ ਹਾਂ ਸੁਣਦੇ ਹਾਂ ਉਹਦੇ ਮੁਤਾਬਿਕ ਇਹ ਹੈਗਾ ਕਿ ਸਾਨੂੰ ਅੱਜ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਵੱਡਾ ਇਹ ਅਟੈਕ ਹੈਗਾ ਜੋੜਿਆਂ ਉੱਤੇ ਸ਼ਾਦੀਆਂ ਦੇ ਟੁੱਟਣ ਦਾ। The Mexican proposal is the symptoms of how government are attempting to cope with the high divorce rates. ਇਹ ਵੀ ਨਜ਼ਰ ਆਉਂਦਾ ਹੈ ਕਿ ਜਿਹੜੀ ਮੈਕਸੀਕਨ ਗਵਰਨਮੈਂਟ ਆ ਉਹ ਮਤਲਬ ਡਿਵੋਰਸ ਰੇਟ ਨੂੰ ਖਤਮ ਕਰਨਾ ਚਾਹੁੰਦੀ ਹੈ। ਅਗਰ ਅਸੀਂ ਗੱਲ ਕਰ ਰਹੇ ਹਾਂ ਕਿ 10 ਵਿੱਚੋਂ 5 ਜੋੜੇ ਮਤਲਬ ਜਿਹੜੇ ਟੁੱਟ ਜਾਂਦੇ ਆ ਤੇ ਇਹਦਾ ਮਤਲਬ ਅਸੀਂ 50% ਜਿਹੜਾ ਡਿਵੋਰਸ ਰੇਟ ਦੇ ਬਾਰੇ 'ਚ ਗੱਲ ਕਰ ਰਹੇ ਹਾਂ। ਐਂਡ ਆਈ ਡੋਂਟ ਨੋ ਦ ਸਿੰਗਲ ਕੇਸ ਇਨ any other country, culture or society in the world where marriage is getting stronger, or not even in traditional cultures where religion is highly valued. ਇੱਥੇ ਦੇਖਿਆ ਕਿ ਹੁਣ ਵੀ ਹੋਰ ਜਿਹੜੀਆਂ ਕੰਟਰੀਜ਼ ਜਿੱਥੇ ਮਤਲਬ ਧਰਮ ਜਿਹੜਾ ਆ ਉਹ ਬਹੁਤ ਇੰਪੋਰਟੈਂਟ ਪਾਰਟ ਪਲੇ ਕਰਦਾ ਆ ਸ਼ਾਦੀशुदा ਜੋੜਿਆਂ ਦੇ ਵਿੱਚ, ਉਹਨਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਜਿਹੜਾ ਡਿਵੋਰਸ ਰੇਟ ਆ ਉਹ ਕਾਫੀ ਜ਼ਿਆਦਾ ਆ। ਤੇ ਅਸੀਂ ਫਿਰ ਦੇਖਣ ਲਈ ਮਜਬੂਰ ਆ ਕਿ ਕੀ ਵਜ੍ਹਾ ਆ ਕਿ ਜਿਹੜਾ ਡਿਵੋਰਸ ਰੇਟ ਉਹ ਬਹੁਤ ਜ਼ਿਆਦਾ ਜਿਹੜੀ ਉਹਨੇ ਤਾਕਤ ਪਕੜ ਲਈ ਹੋਈ ਆ। ਇਨ ਦ United States, which dictate the culture trends for the rest of the world, most babies born to women under the age of 30 are born out of wedlock. ਅਸੀਂ ਕਹਿੰਦੇ ਕਿ ਅਮਰੀਕਾ ਦੇ ਵਿੱਚ ਜਿਹੜੇ ਕਿ ਬਾਕੀ ਸਾਰੀ ਜਿਹੜੇ ਦੁਨੀਆ ਉਹਦੇ ਲਈ ਆਪਾਂ ਕਹਿੰਦੇ ਕਿ ਇਹ ਇੱਕ ਮਤਲਬ ਇੱਕ ਰੋਲ ਮਾਡਲ ਵੀ ਪਲੇ ਕਰਦਾ ਹੈ ਪਾਰਟ, ਕਿਉਂਕਿ ਚੌਧਰੀ ਦੇਸ਼ ਵੀ ਹੈਗਾ ਤੇ ਉੱਥੇ ਮੋਸਟਲੀ ਜਿਹੜੇ ਬੱਚੇ ਆ ਉਹ 30 ਸਾਲ ਦੀ ਉਮਰ ਦੇ ਵਿੱਚ ਵੀ ਮਤਲਬ ਜਿਹੜੇ ਬੱਚੇ ਆ ਉਹ ਬਿਨਾਂ ਮੈਰਿਜ ਤੋਂ ਹੋ ਜਾਂਦੇ ਆ ਤੇ ਉਹਨਾਂ ਦੇ ਵਿੱਚ ਉਹ ਸ਼ਾਦੀ ਦੇ ਅਪਰੂਵ ਤੋਂ ਹੋਏ ਬੱਚੇ ਨਹੀਂ ਹੁੰਦੇ। Some renowned American sociologists have been argued that the father figures are not essential in the family. ਕਈ ਜਿਹੜੇ ਅਮਰੀਕਨ ਸੋਸ਼ਲਿਸਟ ਹੈਗੇ ਉਹ ਇਹ ਵੀ ਕਹਿੰਦੇ ਆ ਕਿ ਕਿਉਂਕਿ ਅੱਜ ਕੱਲ੍ਹ ਜਿਹੜੇ ਪਿਓ ਆ ਉਹ ਪਰਿਵਾਰਾਂ ਦੇ ਵਿੱਚ ਪਿਓ ਵਾਲਾ ਰੋਲ ਅਦਾ ਕਰਨ ਲਈ ਤਿਆਰ ਨਹੀਂ ਹੈਗੇ, ਜਿਹਦੇ ਕਰਕੇ ਕਿਹਾ ਕਿ ਵਿਮਨ ਜਿਹੜੀਆਂ ਉਹ ਜ਼ਿਆਦਾ ਸਿੰਗਲ ਮਮ ਬਣਨਾ ਪਸੰਦ ਕਰਦੀਆਂ, ਕਿਉਂਕਿ ਉਹ ਜਿਹੜੇ ਬਾਕੀ ਝਮੇਲੇ ਉਹਨਾਂ ਨੂੰ ਮਤਲਬ ਉਹਨਾਂ ਨੂੰ ਲੱਗਦਾ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਹੋਣੇ ਚਾਹੁੰਦੇ ਉਹਨਾਂ ਨੂੰ, ਤੇ ਉਹ ਇੱਕ ਮਤਲਬ ਬਿਨਾਂ ਪਿਓ ਤੋਂ ਮਤਲਬ ਬੱਚੇ ਦੁਨੀਆ ਦੇ ਵਿੱਚ ਲੈ ਕੇ ਆ ਰਹੀਆਂ ਨੇ। Can you see where we headed?
ਤੁਸੀਂ ਦੇਖ ਸਕਦੇ ਕਿ ਅਸੀਂ ਕਿੱਧਰਲੇ ਪਾਸੇ ਜਾ ਰਹੇ ਹਾਂ। ਮਤਲਬ ਖੁਦਾ ਨੇ, ਅਸੀਂ ਦੇਖਦੇ ਹਾਂ ਕਿ ਐਡਮ ਤੇ ਈਵ ਨੂੰ ਕਿੰਨਾ ਪਿਆਰਾ ਰਿਸ਼ਤਾ ਦਿੱਤਾ ਕਿ ਇੰਨੀ ਬਿਊਟੀਫੁਲ ਚੀਜ਼ ਕਿ ਖੁਦਾ ਨੇ, ਰੱਬ ਨੇ ਖੁਦ ਆਪ ਈਵ ਨੂੰ ਰਿਪਰੈਜ਼ੈਂਟ ਕੀਤਾ। ਪਹਿਲਾ ਨਿਕਾਹ ਇਨਫੈਕਟ ਆਪਾਂ ਕਹਾਂਗੇ ਕਿ ਖੁਦਾ ਨੇ ਖੁਦ ਕਰਵਾਇਆ। ਆਦਮ ਦੀ ਪਸਲੀ ਦੇ ਵਿੱਚੋਂ ਉਹਨੇ ਈਵ ਨੂੰ ਬਣਾਇਆ ਐਂਡ ਬਣਾ ਕੇ ਉਹਨੇ ਉਹਨੂੰ ਇੱਕ ਧੀ ਦੀ ਤਰ੍ਹਾਂ ਉਹਨੂੰ ਰਿਪਰੈਜ਼ੈਂਟ ਕੀਤਾ। ਤੇ ਅੱਜ ਅਸੀਂ ਜਿਹੜੀ ਮਤਲਬ ਜਗ੍ਹਾ ਦੇ ਉੱਤੇ ਖੜੇ ਹਾਂ, ਅਸੀਂ ਇਹ ਰਿਫਲੈਕਟ ਬੈਕ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਸਾਡੀ ਜ਼ਿੰਦਗੀ ਆ ਉਹ ਜਾ ਰਹੀ ਆ। And even in places where divorce rates are lower, the numbers barely discuss the truth of what is happening. Fewer people are getting married while increasing number of opting for cohabitation. ਪਰ ਜਿਹੜਾ ਦੇਸ਼ਾਂ ਦੇ ਵਿੱਚ ਇਹ ਨਹੀਂ ਵੀ ਹੋ ਰਿਹਾ, ਉਹਨਾਂ ਦੇ ਵਿੱਚ ਮਤਲਬ ਜ਼ਿਆਦਾ ਲੋਕੀ ਮੈਰਿਜ ਕਰ ਹੀ ਨਹੀਂ ਰਹੇ। ਉਹ ਕੋਹੈਬਿਟੇਸ਼ਨ ਮਤਲਬ ਕਿ ਇੱਕ ਜਿਨ੍ਹਾਂ ਨਾਲ ਤੁਹਾਡੀ ਆਦਤ ਮਿਲਦੀ ਆ ਉਹਨਾਂ ਨਾਲ ਜ਼ਿੰਦਗੀ ਸ਼ੁਰੂ ਕਰਨ ਦਾ ਰਿਵਾਜ ਅਪਣਾ ਲਿਆ ਗਿਆ। Consequently, when these couple do separate, it does not count a divorce, and many who remain together only do so for lack of other options or because of the religious pressure, but they continue to be unhappy. ਫਿਰ ਇੱਥੇ ਦੇਖਦੇ ਕਿ ਉਹ ਜਦੋਂ ਜੋੜੇ ਜਿਨ੍ਹਾਂ ਦੀ ਆਦਤਾਂ ਇੱਕ ਦੂਸਰੇ ਨਾਲ ਮਿਲਦੀਆਂ, ਉਹ ਜਦੋਂ ਉਹਨਾਂ ਵਿੱਚ ਕਿਸੇ ਤਰ੍ਹਾਂ ਦਾ ਝਮੇਲਾ ਆ ਜਾਂਦਾ, ਇੱਕ ਦੂਸਰੇ ਤੋਂ ਜਦੋਂ ਦੂਰ ਵੀ ਹੋ ਜਾਂਦੇ, ਤੇ ਜਿਹੜੇ ਮਤਲਬ ਧਰਮਾਂ ਦੀ ਪ੍ਰੈਸ਼ਰ ਦੇ ਥੱਲੇ ਆ ਕੇ ਜਾਂ ਕਿਸੇ ਹੋਰ ਤੇ ਜਿਹੜੇ ਇਕੱਠੇ ਵੀ ਰਹਿੰਦੇ ਆ, ਉਹ ਆਪਣੇ ਆਪ ਨੂੰ ਦਿਖਾਉਂਦੇ ਆ ਕਿ ਅਸੀਂ ਬੜੇ ਨਾ ਖੁਸ਼ ਆ, ਮਤਲਬ ਅਸੀਂ ਬਿਲਕੁਲ ਖੁਸ਼ ਨਹੀਂ ਹੈਗੇ। The harsh reality of the situation makes me wonder what things will be like in 5, 10 or 20 years. Will the extension of marriage be complete? Will people still believe it's possible to stay in a marriage till death do us apart? Will the concept of marital faithfulness and loyalty to a single person be relegated to museums or historical documentaries? ਇੱਥੇ ਦੇਖਦੇ ਕਿ ਹੁਣ ਜਿਹੜੀ ਗੱਲ ਹੈ ਕਿ ਆਉਣ ਵਾਲੇ ਜਿਹੜੇ 10, 5, 20 ਸਾਲਾਂ ਦੇ ਵਿੱਚ ਕੀ ਜਿਹੜੀ ਸ਼ਾਦੀशुदा ਜ਼ਿੰਦਗੀ ਆ ਉਹ ਐਗਜ਼ਿਸਟ ਵੀ ਕਰੂਗੀ, ਸਾਨੂੰ ਨਜ਼ਰ ਵੀ ਆਊਗੀ, ਜਾਂ ਕੀ ਜਿਹੜੇ ਲੋਕੀ ਆ ਉਹ ਇੱਕ ਦੂਸਰੇ ਦੇ ਨਾਲ, ਜਿਹੜੀ ਆ ਗੱਲ ਸਾਨੂੰ ਬਾਈਬਲ ਦੇ ਵਿੱਚ ਹੀ ਲਿਖਣ ਨੂੰ ਮਿਲੂਗੀ ਕਿ ਮੌਤ ਤੱਕ ਇੱਕ ਦੂਸਰੇ ਦੇ ਨਾਲ ਰਹਿਣਾ, ਜਦ ਮੌਤ ਹੀ ਸਾਨੂੰ ਇੱਕ ਦੂਸਰੇ ਤੋਂ ਅੱਡ ਕਰੂਗੀ। ਤੇ ਕੀ ਜਿਹੜਾ ਇਮਾਨਦਾਰੀ ਆ, ਕੀ ਜਿਹੜੀ ਸਿੰਸੈਰਿਟੀ ਆ, ਮਤਲਬ ਇੱਕ ਦੂਸਰੇ ਦੇ ਨਾਲ ਸਿੰਸੀਅਰ ਹੋਣਾ, ਕੀ ਇਹ ਸਾਨੂੰ ਨਜ਼ਰ ਆਊਗਾ, ਜਾਂ ਫਿਰ ਇਹ ਮਿਊਜ਼ੀਅਮ ਜਿਸ ਤਰ੍ਹਾਂ ਚਿੜੀਆ ਘਰਾਂ ਜਾਂ ਇਸ ਤਰ੍ਹਾਂ ਦੇ ਹਿਸਟੋਰੀਕਲ ਡਾਕੂਮੈਂਟਰੀਆਂ ਦੇ ਵਿੱਚ ਹੀ ਸਾਨੂੰ ਦੇਖਣ ਨੂੰ ਮਿਲਿਆ ਕਰੂਗਾ ਕਿ ਉਹ ਇਸ ਤਰ੍ਹਾਂ ਦੇ ਮੈਰਿਜ ਜੋੜੇ ਇਸ ਤਰ੍ਹਾਂ ਦੇ ਹੋਇਆ ਕਰਦੇ ਸੀ। Here is a warning for those who have not yet woken up. Forces in society are conspiring against marriage and the family, and these attacks are only getting stronger. ਇਹ ਉਹਨਾਂ ਲੋਕਾਂ ਲਈ ਐਕਚੁਅਲੀ ਵਾਰਨਿੰਗ ਹੈਗੀ ਆ ਜਿਹੜੇ ਜਾਗਣਾ ਨਹੀਂ ਚਾਹੁੰਦੇ ਤੇ ਮਤਲਬ ਸੁਸਾਇਟੀ ਦੇ ਵਿੱਚ ਸ਼ਾਦੀ ਦੇ ਖਿਲਾਫ ਬੜੀਆਂ ਉਲਟੀਆਂ ਸਿੱਧੀਆਂ ਗੱਲਾਂ ਫੈਲਾ ਦਿੰਦੇ ਨੇ ਪਰਿਵਾਰਾਂ ਦੇ ਵਿੱਚ, ਤੇ ਉਹਨਾਂ ਦੇ ਲਈ ਉਹਨਾਂ ਦੀਆਂ ਸ਼ਾਦੀਆਂ ਉੱਤੇ ਇਹ ਜਿਹੜੇ ਮਤਲਬ ਹਮਲੇ ਆ ਉਹ ਤਾਕਤਵਰ ਹੁੰਦੇ ਹੋਏ ਹੋਰ ਤਾਕਤ ਫੜਦੇ ਜਾਂਦੇ ਆ। ਪਰਪਸ ਆਫ ਅ ਮੈਰਿਜ, ਅਸੀਂ ਹੁਣ ਇਹ ਦੇਖਦੇ ਹਾਂ ਕਿ ਸ਼ਾਦੀ ਦਾ ਮਕਸਦ ਕੀ ਹੈ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਮੈਂਸ਼ਨ ਕੀਤਾ ਕਿ ਖੁਦਾ ਨੇ ਈਵ ਤੇ ਐਡਮ ਨੂੰ ਖੁਦ ਜਦੋਂ ਇਕੱਠੇ ਕੀਤਾ ਤੇ ਉਹਨਾਂ ਦੀ ਜਿਹੜੀ ਸ਼ਾਦੀ ਆ ਉਹਦਾ ਪਰਪਸ ਸੀ ਕਿ ਦੁਨੀਆ ਨੂੰ ਭਰ ਦਿਓ, ਖੁਸ਼ਹਾਲ ਰਹੋ। ਪਰ ਅੱਜ ਅਸੀਂ ਕੀ ਦੇਖਦੇ ਹਾਂ, ਇਨ ਜਨਰਲ ਦ ਮੀਡੀਆ, movies, TV, internet, books, newspaper, culture, norms, political laws, celebrities and curriculum in schools, in universities, in fact all of the society major centers of influences are becoming or having already become anti-marriage. ਅਸੀਂ ਦੇਖਦੇ ਹਾਂ, ਅਸੀਂ ਫਿਲਮਾਂ ਦੇ ਵਿੱਚ, ਅਸੀਂ ਟੈਲੀਵਿਜ਼ਨ ਦੇ ਉੱਤੇ, ਅਸੀਂ ਇੰਟਰਨੈਟ ਦੇ ਉੱਤੇ,
ਅਸੀਂ ਕਿਤਾਬਾਂ ਦੇ ਵਿੱਚ, ਨਿਊਜ਼ ਪੇਪਰਸ ਦੇ ਵਿੱਚ, ਅਸੀਂ ਸੁਸਾਇਟੀ ਦੇ ਹੋਰ ਜਿਹੜੇ ਤੌਰ ਤਰੀਕਿਆਂ ਦੇ ਵਿੱਚ, ਅਸੀਂ ਪੋਲੀਟਿਕਸ ਦੇ ਵਿੱਚ ਵੀ, ਕਾਨੂੰਨ ਦੇ ਵਿੱਚ ਵੀ, ਅਸੀਂ ਫਿਰ ਜਿਹੜੇ ਐਕਟਰ ਐਕਟਰਸਿਸ ਹੋ ਜਾਂਦੇ, ਜਿਨ੍ਹਾਂ ਨੂੰ ਲੋਕੀ ਬੜੇ ਪਸੰਦ ਕਰਦੇ ਆ, ਅਸੀਂ ਨੋਰਮਲੀ ਸਕੂਲਾਂ ਯੂਨੀਵਰਸਿਟੀ 'ਚ ਦੇਖਿਆ ਜਾਂਦਾ ਕਿ ਉਹ ਸ਼ਾਦੀ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ, ਬਲਕਿ ਮਤਲਬ ਇਹਨੂੰ ਲੋਕਾਂ ਨੂੰ ਐਂਟੀ ਮੈਰਿਜ, ਕਿ ਲੋਕਾਂ ਨੂੰ ਨਾ ਸ਼ਾਦੀ ਕਰਨ ਲਈ ਪ੍ਰਮੋਟ ਕੀਤਾ ਜਾਂਦਾ ਕਿ ਤੁਸੀਂ ਇਹ ਸਾਨੂੰ ਦੇਖਣ ਨੂੰ ਮਿਲਦਾ ਕਿ ਕਿਸ ਦੀ ਕੁੜੀ ਹੋ ਗਈ ਆ 25 ਸਾਲਾਂ ਦੀ, ਜਾਂ ਕਿਸ ਦਾ ਮੁੰਡਾ 30 ਸਾਲਾਂ ਦਾ ਹੋ ਗਿਆ, ਤਾਂ ਉਹ ਬੜਾ ਡਰਦੇ ਆ ਸ਼ਾਦੀ ਨੂੰ ਲੈ ਕੇ। ਵਾਟ ਡਜ਼ ਦਿਸ ਮੀਨ? ਹੁਣ ਅਸੀਂ ਦੇਖਦੇ ਕਿ ਇਹਦਾ ਮਤਲਬ ਐਕਚੁਅਲੀ ਕੀ ਆ। ਦੇਅਰ ਵਿਲ ਬੀ ਸਾਈਜ਼ੇਬਲ ਡੀਕਰੀਜ਼ ਇਨ ਨੰਬਰ ਆਫ ਮੈਰਿਜ। ਇਹਦਾ ਮਤਲਬ ਹੈ ਕਿ ਜਿਹੜੀਆਂ ਸ਼ਾਦੀ ਦੇ ਜਿੰਨੇ ਨੰਬਰ ਸੀਗੇ ਉਹਦੇ ਤੋਂ ਬਹੁਤ ਘਟ ਗਿਆ ਆ ਨੰਬਰ। ਕੋਹੈਬਿਟੇਸ਼ਨ ਹੈਜ਼ ਬਿਕਮ ਮੋਰ ਐਂਡ ਮੋਰ ਕਾਮਨ, ਇੰਟਰਫੇਅਰਿੰਗ ਦ ਲੌਂਗ ਟਰਮ ਐਬਸੋਲੂਟ ਕਮਿਟਮੈਂਟ ਇਜ਼ ਇੰਪੋਸੀਬਲ। ਮਤਲਬ ਜਿਨ੍ਹਾਂ ਨਾਲ ਤੁਹਾਡੀਆਂ ਆਦਤਾਂ ਮਿਲਦੀਆਂ ਆ ਉਹਨਾਂ ਦੇ ਨਾਲ ਰਹਿਣਾ ਤੇ ਫਿਰ ਉਹਨਾਂ ਤੋਂ ਜਦੋਂ ਕਿਸੇ ਵੀ ਹੋਰ ਤਰ੍ਹਾਂ ਦਾ ਹਮਲਾ ਹੋਇਆ ਤਾਂ ਦੂਰ ਹੋ ਜਾਣਾ, ਆਹ ਚੀਜ਼ਾਂ ਜਿਹੜੀਆਂ ਉਹ ਨੋਰਮਲ ਦੇਖਣ 'ਚ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਅਤੇ ਜਿਹੜੀ ਲੌਂਗ ਟਰਮ, ਮਤਲਬ ਕਿ ਲਾਈਫ ਟਰਮ ਇੱਥੇ ਮੈਂ ਇਸਤੇਮਾਲ ਕਰੂੰਗੀ ਕਿਉਂਕਿ ਸ਼ਾਦੀ ਤਾਂ ਲਾਈਫ ਟਰਮ ਹੁੰਦੀ ਆ, ਲੌਂਗ ਟਰਮ ਤਾਂ ਮਤਲਬ ਕੋਈ ਲਫ਼ਜ਼ ਨਹੀਂ, ਕਿਉਂਕਿ ਸ਼ਾਦੀ ਨੂੰ ਲਾਈਫ ਟਰਮ ਕਿਹਾ ਗਿਆ ਸੀ। ਅਤੇ ਮਤਲਬ ਇਹ ਜਿਹੜੀ ਕੋਹੈਬਿਟੇਸ਼ਨ ਆ ਉਹਨੂੰ ਲੌਂਗ ਟਰਮਸ ਕਿਹਾ ਜਾ ਸਕਦਾ ਕਿ ਮਤਲਬ ਇੱਕ ਦੂਸਰੇ ਦੀ ਜਿਨ੍ਹਾਂ ਨੂੰ ਤੁਹਾਡੀਆਂ ਆਦਤਾਂ ਮਿਲ ਉਹਨਾਂ ਨਾਲ ਰਹਿਣਾ, ਇਹ ਨੋਰਮਲ ਨਜ਼ਰ ਆਉਣਾ ਸ਼ੁਰੂ ਹੋ ਗਿਆ। ਇਨਫਿਡਿਲਿਟੀ ਐਂਡ ਅਫੇਅਰਸ ਵਿਲ ਇਨਕਰੀਜ਼, ਮਤਲਬ ਜਸਟ ਸ਼ਾਦੀशुदा ਜ਼ਿੰਦਗੀ ਦੇ ਵਿੱਚ ਵੀ ਨਾ ਠੀਕ ਰਹਿਣਾ, ਫਿਰ ਇਹ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਨਜ਼ਰ ਆਉਂਦੇ ਆ, ਜਿਹੜੇ ਸ਼ੁਰੂ ਹੋਏ ਨਜ਼ਰ ਆਉਣਾ। ਬਾਕੀ ਕੈਜੂਅਲ encounters involving 3 people and ਹੋਰ as the sole purpose will become more acceptable। ਦੇਸ਼ਾਂ ਦੇ ਵਿੱਚ ਕੈਜੂਅਲ ਰਿਲੇਸ਼ਨਸ਼ਿਪ ਜਿਹੜੀਆਂ ਉਹ ਲੋਕਾਂ ਨੂੰ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। men and women will become even more independent। ਸਾਨੂੰ ਆਦਮੀ ਔਰ ਦੋਨੋਂ ਹੋਰ ਜ਼ਿਆਦਾ ਤੋਂ ਜ਼ਿਆਦਾ predatory ਨਜ਼ਰ ਆਉਂਦੇ ਆ, ਇੰਡੀਪੈਂਡੈਂਟ ਨਜ਼ਰ ਆਉਂਦੇ। women will view men as non-essential and will grow even more independent। ਨਜ਼ਰ ਆਉਂਦਾ ਕਿ ਔਰਤ ਆਦਮੀ ਦੀ ਜ਼ਰੂਰਤ ਨੂੰ ਨਾ ਮੁੱਖ ਰੱਖਦੀ ਹੋਈ ਉਹਦੀ ਬਿਲਕੁਲ ਜ਼ਰੂਰਤ ਨਹੀਂ ਮਹਿਸੂਸ ਕਰੇਗੀ ਜੇ ਐਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਜਿਸ ਤਰ੍ਹਾਂ ਕਿ ਦੂਸਰੇ ਦੇਸ਼ਾਂ ਦੇ ਵਿੱਚ ਅੱਜ ਕੱਲ੍ਹ ਚੱਲ ਰਿਹਾ। women will bounce between no longer believing in love or men। ਇਹ ਵੀ ਚਾਂਸਸ ਹੈਗੇ ਕਿ ਔਰਤ ਸ਼ਾਇਦ ਨਾ ਹੀ ਪਿਆਰ ਵਿੱਚ ਯਕੀਨ ਕਰੇ ਤੇ ਨਾ ਹੀ ਆਦਮੀ ਦੇ ਵਿੱਚ ਯਕੀਨ ਕਰੇ। and the search for happiness is the expense of their own sense of worth। ਤੇ ਜਿਹੜੀ ਖੁਸ਼ੀ ਆ ਉਹਦੀ ਭਾਲ ਕਿੰਨਾ ਅਮੀਰ ਆ ਕਿੰਨਾ ਕਿਸ ਤਰ੍ਹਾਂ ਉਹ ਲੱਗਦਾ ਆ ਉਹਦੇ ਵਿੱਚੋਂ ਮਤਲਬ ਲੱਭੀ ਜਾਊਗੀ ਤੇ ਲੱਭੀ ਜਾ ਰਹੀ ਹੈ ਇਸ ਮੋਮੈਂਟ ਵੀ। all of the above are already happening in today's society। it's just a matter of a time of this kind of marriage and will only continue to speed up this process। ਇਹ already ਹੋ ਰਿਹਾ ਆ, ਦੂਸਰੇ ਦੇਸ਼ਾਂ ਦੇ ਵਿੱਚ ਵੀ ਹੋ ਰਿਹਾ, ਕੁਛ ਇੱਥੋਂ ਦੇ ਦੇਸ਼ਾਂ ਵਿੱਚ ਵੀ ਹੋ ਰਿਹਾ, ਪਰ ਇਹ ਸਿਰਫ ਥੋੜ੍ਹੇ ਜਿਹੇ ਵਕਤ ਦੀ ਗੱਲ ਹੈ ਕਿ ਸਾਨੂੰ ਇਹ ਜਿਹੜੀਆਂ ਚੀਜ਼ਾਂ ਉਹ ਸਾਡੀਆਂ ਨਜ਼ਰਾਂ ਦੇ ਸਾਹਮਣੇ ਜ਼ਿਆਦਾ ਆਉਣਗੀਆਂ। you may not be able to change what's happening around the world, but within your own world, inside your marriage, you can and must। ਤੁਸੀਂ ਦੁਨੀਆ ਉੱਤੇ ਜੋ ਹੋ ਰਿਹਾ ਉਹਨੂੰ ਤੇ ਬਦਲ ਨਹੀਂ ਸਕਦੇ ਕਿਉਂਕਿ ਉਹ ਤੁਹਾਡੇ ਹੱਥ ਵਿੱਚ ਨਹੀਂ ਆ, ਪਰ ਤੁਹਾਡੀ ਆਪਣੀ ਮੈਰਿਜ ਦੇ ਵਿੱਚ, ਤੁਹਾਡੇ ਆਪਣੇ ਘਰ ਦੇ ਵਿੱਚ ਜੋ ਹੋ ਰਿਹਾ ਉਹਦੇ ਉੱਤੇ ਤੁਹਾਡੇ ਕੋਲ ਹੱਕ ਵੀ ਹੈਗਾ ਤੇ ਉਹਦੇ ਲਈ ਤੁਹਾਨੂੰ ਤਾਕਤ ਦਾ ਇਸਤੇਮਾਲ ਵੀ ਕਰਨਾ ਚਾਹੀਦਾ। this is not a question or whether not your relationship will become under attack, but rather when। ਇਹਦਾ ਇਹ ਮਤਲਬ ਨਹੀਂ ਹੈਗਾ ਕਿ ਤੁਹਾਡੀ ਰਿਲੇਸ਼ਨਸ਼ਿਪ, ਤੁਹਾਡੀ ਮੈਰਿਜ ਉੱਤੇ ਕੋਈ ਹਮਲਾ ਹੋਏਗਾ ਕਿ ਨਹੀਂ, ਪਰ ਇਹਦਾ ਸਿਰਫ ਇਹ ਕਿ ਕਦੋਂ ਹੋਊਗਾ ਜੇ ਤੁਸੀਂ ਨਹੀਂ ਇਹਦਾ ਖਿਆਲ ਰੱਖ ਰਹੇ। The question is, will you know how to protect it from these attacks when they come। ਸਵਾਲ ਇਹ ਪੈਦਾ ਹੁੰਦਾ ਕਿ ਤੁਹਾਨੂੰ ਪਤਾ ਲੱਗੂਗਾ ਕਿ ਇਹ ਅਟੈਕ ਕਦੋਂ ਤੁਹਾਡੀ ਮੈਰਿਜ ਉੱਤੇ ਆ ਰਿਹਾ। that is if it's not already under attack। ਇਹ ਫੇਰ ਆ ਜੇ ਆਲਰੇਡੀ ਤੁਹਾਡੀ ਸ਼ਾਦੀ ਦੇ ਉੱਤੇ ਅਟੈਕ ਨਹੀਂ ਹੈਗਾ ਸ਼ੈਤਾਨ ਦਾ। ਟੁਡੇ ਮੋਸਟ women work and contribute to the family's income। ਅੱਜ ਦੇ ਜ਼ਮਾਨੇ ਦੇ ਵਿੱਚ ਜ਼ਿਆਦਾਤਰ ਔਰਤਾਂ ਪਰਿਵਾਰ ਚਲਾਉਣ ਲਈ ਕੰਮ ਕਰਦੀਆਂ ਆ ਤੇ ਫਿਰ ਉਹਨਾਂ ਦਾ ਘਰ ਚੱਲਦਾ ਹੈ।
ਇਨ ਮੈਨੀ ਕੇਸਿਸ ਦ ਵਾਈਫ ਅਰਨ ਮੋਰ ਦੈਨ ਹਰ ਹਸਬੈਂਡ। ਜ਼ਿਆਦਾਤਰ ਕੇਸਿਸ ਦੇ ਵਿੱਚ ਵਾਈਫ ਜਿਹੜੀ ਆ ਉਹ ਹਸਬੈਂਡ ਦੇ ਨਾਲੋਂ ਜ਼ਿਆਦਾ ਕੰਮ ਕਰਦੀ ਆ, ਜ਼ਿਆਦਾ ਕਮਾ ਪਾ ਰਹੀ ਆ। ਐਂਡ trend that is likely to increase since university enrollment among women is higher than men। ਇਹ ਜਿਹੜਾ ਫੈਸ਼ਨ ਹੈ ਕਿਉਂ ਹੋ ਗਿਆ? ਕਿਉਂਕਿ ਕੁੜੀਆਂ ਦੀ ਗਿਣਤੀ ਪੜ੍ਹਨ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜ਼ਿਆਦਾ ਦਿੱਤੀ ਜਾਂਦੀ ਆ। ਕੁੜੀਆਂ ਨੂੰ ਜ਼ਿਆਦਾ ਤਰੀਕੇ ਦੇ ਨਾਲ ਮਾਪਿਓ ਦੇ ਕੋਲੋਂ ਡਿਸਿਪਲਿਨ ਮਿਲਦਾ, ਉਹਨਾਂ ਨੂੰ ਜ਼ਿਆਦਾ ਕਿੰਤੂ ਪਰੰਤੂ ਮਿਲਦਾ, ਜਿਹਦੇ ਕਰਕੇ ਉਹ ਪੜ੍ਹਨ ਦੇ ਵਿੱਚ ਜ਼ਿਆਦਾ ਹੁਸ਼ਿਆਰ ਆ ਅਤੇ ਉਹ ਕਿਸੇ ਨਾ ਕਿਸੇ ਜੋਬ ਦੇ ਉੱਤੇ, ਪੋਜੀਸ਼ਨ ਦੇ ਉੱਤੇ ਨਜ਼ਰ ਆਉਂਦੀਆਂ। Will this affect on marriage? ਕਿ ਆਹ ਸ਼ਾਦੀ ਦੇ ਉੱਤੇ ਇਫੈਕਟ ਜਿਹੜਾ ਸਾਨੂੰ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਨਜ਼ਰ ਆਊਗਾ। Here are a few example. Women have become more independent than men and are less tolerant of men's flow। ਅਸੀਂ ਥੋੜ੍ਹੀ ਜਿਹੀਆਂ ਉਦਾਹਰਨਾਂ ਦੇਖੀਆਂ ਜਿੱਥੇ ਔਰਤ ਆਦਮੀ ਦੇ ਨਾਲੋਂ ਜ਼ਿਆਦਾ ਤਾਕਤ ਦੇ ਵਿੱਚ ਆ ਗਈ ਆ ਅਤੇ ਉਹ ਮਤਲਬ ਸਹਿਣ ਸ਼ਕਤੀ ਉਹਦੀ ਥੋੜ੍ਹੀ ਬਲਕਿ ਖਤਮ ਹੁੰਦੀ ਜਾਂਦੀ। ਅਸੀਂ ਦੇਖਦੇ ਹਾਂ ਕਿਉਂਕਿ ਔਰਤ ਨੂੰ ਐਕਚੁਅਲੀ ਬਾਹਰਲਾ ਕੰਮ ਕਰਨ ਲਈ ਨਹੀਂ ਬਣਾਇਆ ਗਿਆ ਸੀ, ਉਹਨੂੰ ਘਰ ਪਰਿਵਾਰ ਅਤੇ ਬੱਚਿਆਂ ਲਈ ਬਣਾਇਆ ਗਿਆ ਸੀ। ਪਰ ਜਿਸ ਤਰੀਕੇ ਦੇ ਨਾਲ ਉਹ ਜ਼ਿਆਦਾ ਸੁਸਾਇਟੀ 'ਚ ਅੱਗੇ ਵਧੀ ਅਤੇ ਉਹਨੇ ਆਪਣੇ ਆਪ ਨੂੰ ਅਵੇਲ ਕੀਤਾ ਅਤੇ ਉਹ ਬਾਹਰਲਾ ਕੰਮ ਵੀ ਉਹਨੇ ਸੰਭਾਲ ਲਿਆ ਐਂਡ ਘਰ ਦਾ ਕੰਮ ਵੀ ਉਹਨੇ ਸੰਭਾਲ ਲਿਆ ਆਪਣੇ ਮੋਢਿਆਂ ਉੱਤੇ। ਅਤੇ ਹੁਣ ਅਸੀਂ ਦੇਖਦੇ ਕਿ ਉਹਦੀ ਉਹਨਾਂ ਹੀ ਸਹਿਣ ਸ਼ਕਤੀ ਜਿਹੜੀ ਸਾਨੂੰ ਔਰਤ ਨਜ਼ਰ ਆਉਂਦੀ ਹੈ ਪ੍ਰੋਵਰਬ ਦੇ ਵਿੱਚ ਕਿ ਉਹ ਸੁਘੜ ਸਿਆਣੀ ਹੋਣੀ ਚਾਹੀਦੀ ਆ, ਉਹਨੂੰ ਸੁਬਾਹ ਉੱਠਣਾ ਚਾਹੀਦਾ ਆ ਮੂੰਹ ਨੇਰੇ ਅਤੇ ਉਹਨੂੰ ਸਾਰਾ ਦਿਨ ਆਪਣੇ ਸੀਣ ਪਰੋਣ ਦਾ ਕੰਮ ਕਰਕੇ ਅਤੇ ਉਹਨੂੰ ਬੱਚਿਆਂ ਦਾ ਜਿਹੜਾ ਨਹਾਉਣ ਧੋਣ ਸਾਰਾ ਕੁਛ ਕਰਕੇ ਕੁਕਿੰਗ ਅਤੇ ਉਹਨੂੰ ਆਪਣੇ ਹਸਬੈਂਡ ਦਾ ਸਾਰਾ ਖਿਆਲ ਕਰਕੇ ਆਪਣੀ ਜਿਹੜੀ ਜ਼ਿੰਦਗੀ ਉਹ ਰਾਤ ਹਨੇਰੇ ਤੱਕ ਆਪਣੇ ਕਾਮਿਆਂ ਦੇ ਕੋਲੋਂ ਕੰਮ ਕਰਾਉਂਦੀ ਨਜ਼ਰ ਆਉਣਾ ਚਾਹੀਦਾ। ਉਹ ਔਰਤ ਅੱਜ ਪਾਇਲਟ ਆ, ਜਹਾਜ਼ ਚਲਾ ਕੇ ਲੈ ਕੇ ਜਾ ਰਹੀ ਆ। ਉਹ ਔਰਤ ਅੱਜ ਦੁਨੀਆ ਦੇ ਦੂਸਰੇ ਜਿਹੜੇ ਹੋਰ ਕੰਮ ਉਹ ਕਰ ਰਹੀ ਆ ਕਿਉਂਕਿ ਜੋ ਉਹ ਪਾਇਲਟ ਆ ਅਤੇ ਉਹ ਘਰ ਨਹੀਂ ਦੋ ਹਫ਼ਤੇ ਨਹੀਂ ਆਏਗੀ ਤਾਂ ਅਸੀਂ ਤਾਂ ਦੇਖ ਰਹੇ ਅਤੇ ਉਹਦੀ ਜਿਹੜੀ ਸਹਿਣ ਸ਼ਕਤੀ ਆ ਉਹ ਬਹੁਤ ਘੱਟ ਹੋ ਜਾਏਗੀ। ਅਸੀਂ ਅੱਗੇ ਦੇਖਦੇ ਹਾਂ। ਵਾਈਵਸ ਆਰ ਮੇਕਿੰਗ ਡਿਸੀਜਨ ਵਿਦਾਊਟ ਦੇਅਰ ਹਸਬੈਂਡਸ ਇਨਪੁਟ ਐਂਡ ਕੋਜ਼ਿੰਗ ਸੀਰੀਅਸ ਡਿਸਐਗਰੀਮੈਂਟ ਬਿਟਵੀਨ ਦੈਮ। ਜਦੋਂ ਇੱਥੇ ਅਸੀਂ ਦੇਖਦੇ ਹਾਂ ਕਿ ਫਿਰ ਪਤਨੀ ਆਪਣੇ ਪਤੀ ਤੋਂ ਬਿਨਾਂ ਫੈਸਲੇ ਲੈ ਰਹੀ ਆ ਤਾਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਜਿਹੜੇ ਆ ਉਹ ਮਸਲੇ ਪੈਦਾ ਹੋ ਰਹੇ ਆ, ਮਸਾਇਲ ਪੈਦਾ ਹੋ ਰਹੇ ਐਂਡ ਡਿਸਐਗਰੀਮੈਂਟ ਪੈਦਾ ਹੋ ਰਹੇ, ਤੋੜ ਭੱਜ ਪੈਦਾ ਹੋ ਰਹੀ ਹੈ। ਹਸਬੈਂਡ ਫੀਲ ਡਿਪਰੈਸਡ ਬਾਈ ਦੇਅਰ ਵਾਈਵਸ ਐਂਡ ਐਟ ਟਾਈਮਸ ਈਵਨ ਯੂਜ਼ਲੈਸ। ਪਤੀ ਜਿਹੜਾ ਆ ਉਹ ਲੋ ਸੈਲਫ ਅਸਟੀਮ ਜਿਹਨੂੰ ਆਪਾਂ ਕਹਿੰਦੇ ਡੀਪਰੈਸਡ ਦੇ ਵਿੱਚ, ਉਦਾਸੀ ਦੇ ਵਿੱਚ ਚਲਾ ਜਾਂਦਾ। ਇੱਥੋਂ ਤੱਕ ਕਿ ਕਦੇ ਉਹਨੂੰ ਆਪਣਾ ਆਪ ਲੱਗਦਾ ਕਿ ਮੇਰਾ ਕੰਮ ਹੀ ਕੋਈ ਨਹੀਂ, ਮੈਂ ਕਰ ਹੀ ਕੀ ਰਿਹਾ, ਮੇਰੀ ਜ਼ਿੰਦਗੀ ਦਾ ਮਕਸਦ ਹੀ ਕੀ ਆ। In other words, women have become more like men and men have become more like women। ਦੂਸਰੇ ਲਫ਼ਜ਼ਾਂ 'ਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਔਰਤਾਂ ਆਦਮੀ ਬਣ ਗਈਆਂ ਜਾਂ ਬਣਨ ਦੀ ਕੋਸ਼ਿਸ਼ ਕਰ ਰਹੀਆਂ ਅਤੇ ਆਦਮੀ ਔਰਤ ਬਣਦੇ ਜਾ ਰਿਹਾ ਅਤੇ ਸਾਨੂੰ ਉਹਨਾਂ ਦੇ ਪਹਿਰਾਵੇ 'ਚ ਵੀ ਨਜ਼ਰ ਆਉਂਦਾ ਹੈ ਕਿ ਔਰਤਾਂ ਜਿਹੜੀਆਂ ਉਹਨਾਂ ਨੇ ਆਦਮੀਆਂ ਵਾਲੇ ਕੱਪੜੇ ਪਾਉਣੇ ਸ਼ੁਰੂ ਕਰ ਲਏ ਹੋਏ ਆ ਅਤੇ ਜਿਹੜੇ ਆਦਮੀ ਆ ਉਹ ਤੁਸੀਂ ਦੇਖੋ ਕਿ ਔਰਤਾਂ ਵਾਂਗੂ ਆਪਣੇ ਕੰਨਾਂ ਦੇ ਵਿੱਚ ਵਾਲੀਆਂ ਪਾਈਆਂ ਹੋਈਆਂ, ਉਹਨਾਂ ਨੇ ਪਿੱਛੇ ਪੋਨੀਟੇਲ ਕੀਤੀ ਹੋਈ ਆ। ਅਸੀਂ ਅੱਜ ਦੀ ਦੁਨੀਆ 'ਚ ਇਹ ਦੇਖ ਸਕਦੇ ਹਾਂ। But women are not only advancing and competing with men in the workplace. A study performed by the University of Sao Paulo revealed a distributing statistic for married men। ਅਸੀਂ ਤਾਂ ਦੇਖਦੇ ਕਿ ਇਹ ਨਹੀਂ ਕਿ ਔਰਤਾਂ ਸਿਰਫ ਮਤਲਬ ਕੰਮਾਂ ਕਾਰਾਂ 'ਤੇ ਅੱਗੇ ਵੱਧ ਗਈਆਂ ਜਾਂ ਫਿਰ ਸੁਸਾਇਟੀ ਦੇ ਵਿੱਚ ਸਾਇੰਟੀਫਿਕ ਏਰੀਆ 'ਚ ਅੱਗੇ ਵੱਧ ਗਈਆਂ ਜਾਂ ਮਤਲਬ ਚੰਦ ਤੱਕ ਚਲੀ ਗਈਆਂ, ਪਰ ਇਹ ਕਿ ਜਦੋਂ ਪੜ੍ਹਾਈ ਲਿਖਾਈ ਦੇ ਵਿੱਚ ਯੂਨੀਵਰਸਿਟੀ 'ਚ ਅਸੀਂ ਦੇਖਦੇ ਹਾਂ ਅਤੇ ਵਿਮਨ ਜਿਹੜੀਆਂ ਉਹ ਪੜ੍ਹਾਈ ਲਿਖਾਈ ਦੇ ਵਿੱਚ ਵੀ ਅੱਗੇ ਆ। ਹੁਣ ਅਸੀਂ ਇੱਥੇ ਦੇਖਦੇ ਕਿ ਪ੍ਰੋਬਲਮ ਕਿੱਥੇ ਆ, ਵੂਮਨ ਨੇ ਕਿੱਥੇ ਗਲਤੀ ਕੀਤੀ ਆ, ਉਹਨੇ ਕਿਹੜੀ ਚੀਜ਼ ਕੀਤੀ ਹੈ, ਕੀ ਉਹਦੇ ਕੋਲ ਜਦੋਂ ਦੋਨੋਂ ਬੱਚੇ ਪੈਦਾ ਹੋਏ ਆ ਕੁੜੀ ਅਤੇ ਮੁੰਡਾ, ਕੀ ਉਹਨੇ ਆਪਣੇ ਮੁੰਡੇ ਨੂੰ ਉਹੋ ਜਿਹੀ ਇੰਟੈਲੀਜੈਂਸ, ਉਹੋ ਜਿਹੀ ਅਕਲ, ਉਹੋ ਜਿਹੀ ਸੋਚ, ਉਹੋ ਜਿਹਾ ਗੁੱਸਾ, ਉਹੋ ਜਿਹੀ ਜਿੱਦਾਂ ਕਹਿੰਦੇ ਛੜੀ ਜਿਹਦਾ ਜ਼ਿਕਰ ਹੈ ਬਾਈਬਲ ਵਿੱਚ, ਉਹ ਉਹਦੇ ਲਈ ਵਰਤੀ ਹੈ ਕਿ ਨਹੀਂ ਵਰਤੀ। ਕੀ ਉਹਨੇ ਮੁੰਡੇ ਨੂੰ ਬਹੁਤ ਲਾਡ ਦੇ ਨਾਲ ਮਾਂ ਦਾ ਲਾਡਲਾ ਬਣਾ ਲਿਆ ਜਾਂ ਉਹਨੂੰ ਵਿਗਾੜ ਦਿੱਤਾ, ਜਾਂ ਫਿਰ ਕੀ ਉਹਨੇ ਕੁੜੀ ਨੂੰ ਕਿ ਤੂੰ ਤੇ ਜਾਣਾ ਬੇਗਾਨੇ ਘਰ ਅਤੇ ਇਸ ਕਰਕੇ ਤੈਨੂੰ ਬਹੁਤ ਜ਼ਿਆਦਾ ਪੜ੍ਹਨ ਦੀ ਲਿਖਣ ਦੀ ਤੈਨੂੰ ਕਾਮਯਾਬ ਹੋਣ ਦੀ ਲੋੜ ਆ। ਅਸੀਂ ਇੱਥੇ ਦੇਖ ਰਹੇ ਹਾਂ
Extramarital affair among women are growing in alarming rate, and the younger they are, the more they cheat. ਅੱਛਾ ਇੱਥੇ ਇਹ ਵੀ ਦੇਖਿਆ ਗਿਆ, ਉਹ ਕਹਿੰਦੇ ਕਿ ਔਰਤਾਂ ਦਾ ਆਪਣੇ ਹਸਬੈਂਡ ਤੋਂ ਬਗੈਰ ਅਫੇਅਰ ਕਰਨਾ ਜਿਹੜਾ ਉਹ ਜ਼ਿਆਦਾ ਤੋਂ ਜ਼ਿਆਦਾ ਨਜ਼ਰ ਆ ਰਿਹਾ, ਜਿੰਨਾ ਉਹ ਜ਼ਿਆਦਾ ਛੋਟੀਆਂ ਆ ਹਸਬੈਂਡ ਤੇ ਉਹਨਾਂ ਦੇ ਵਿਚਕਾਰ ਜ਼ਿਆਦਾ ਫਾਸਲਾ ਹੈ। ਜੇ ਕਿਸੇ ਦਾ ਹਸਬੈਂਡ ਜਿਹੜਾ ਉਹ 40 ਸਾਲਾਂ ਦਾ, ਜਿਹੜੀ ਕੁੜੀ ਆ ਉਹ 20 ਸਾਲਾਂ ਦੀ ਹੈ ਜਾਂ 30 ਸਾਲਾਂ ਦੀ, ਉਹਨਾਂ ਜ਼ਿਆਦਾ ਉਹਦੇ ਚਾਂਸਿਸ ਆ ਚੀਟ ਕਰਨ ਦੇ, ਉਹਨਾਂ ਜ਼ਿਆਦਾ ਉਹ ਚੀਟ ਕਰਦੀ ਨਜ਼ਰ ਆਉਂਦੀ ਆ। Of the 8,200 women surveyed in 10 cities throughout Brazil, only 22 of the women over 70 years of the age confessed to having had some kind of extramarital affair. ਕਹਿੰਦੇ ਕਿ ਇੱਕ ਸਰਵੇ ਕੀਤਾ ਗਿਆ ਬ੍ਰਾਜ਼ੀਲ ਦੇ ਵਿੱਚ, 8200 ਔਰਤਾਂ ਦਾ ਸਰਵੇ ਕੀਤਾ ਗਿਆ। ਉਹਦੇ ਵਿੱਚੋਂ ਕਹਿੰਦੇ ਕਿ ਮਤਲਬ 70 ਸਾਲਾਂ ਦੀਆਂ ਜਿਹੜੀਆਂ ਔਰਤਾਂ ਸੀ, ਉਹਨਾਂ ਨੇ ਕਿਹਾ ਕਿ ਵੀ ਸਾਡੇ ਹਸਬੈਂਡ ਤੋਂ ਬਗੈਰ ਕੋਈ ਹੋਰ ਕਿਸੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਨਹੀਂ। ਹੁਣ ਅਸੀਂ ਅੱਗੇ ਦੇਖਦੇ ਕਿ 22% ਜਿਹੜੀਆਂ ਔਰਤਾਂ ਆ ਉਹਨਾਂ ਨੇ ਕਿਹਾ ਕਿ ਸਾਡਾ ਨਹੀਂ ਆ। ਅੱਗੇ ਅਸੀਂ ਦੇਖਿਆ ਕਿ 35% ਜਿਹੜੀਆਂ ਔਰਤਾਂ ਆ ਜਿਹੜੀਆਂ 41 ਸਾਲਾਂ ਦੀ ਉਮਰ ਤੋਂ ਲੈ ਕੇ 50 ਸਾਲਾਂ ਦੀਆਂ ਆ, ਉਹਨਾਂ ਨੇ ਕਿਹਾ ਕਿ ਸਾਡਾ ਹੈ। ਫਿਰ 49% 5 ਜਿਹੜੇ 18 ਸਾਲਾਂ ਤੋਂ ਲੈ ਕੇ 25 ਸਾਲ ਦੀ ਉਮਰ ਦੀਆਂ ਔਰਤਾਂ, ਉਹਨਾਂ ਨੇ ਵੀ ਕਿਹਾ ਕਿ ਹੈ। This means that half of our young married women today betray their husbands. ਅਸੀਂ ਦੇਖਦੇ ਕਿ ਮੋਸਟਲੀ ਜਿਹੜੀਆਂ ਯੰਗ ਵਿਮਨ ਆ, ਉਹ ਜਿਹੜੀਆਂ ਯੰਗ ਮੈਰਿਜਸ ਦੇ ਵਿੱਚ ਉਹ ਆਪਣੇ ਹਸਬੈਂਡਸ ਨੂੰ ਬਿਟਰੇ ਕਰਦੀਆਂ, ਭਾਵੇਂ ਉਹਨੂੰ ਧੋਖਾ ਦੇ ਰਹੀਆਂ। ਅਸੀਂ ਦੇਖਦੇ this means that a woman have emerged from the simple stay-at-home mother role to more active role in society, college, workplace, and has made it easier for infidelity to pro-life rate. ਅਸੀਂ ਦੇਖਦੇ ਕਿ ਇੱਕ ਸਾਦੀ ਔਰਤ ਜਿਹੜੀ ਘਰ ਦੇ ਵਿੱਚ ਆਪਣੇ ਬੱਚੇ ਨੂੰ ਪੈਦਾ ਕਰ ਰਹੀ ਹੈ, ਇੱਕ ਮਾਂ ਦਾ ਰੋਲ ਨਿਭਾਉਂਦੀ ਆ, ਇੱਕ ਭੈਣ ਦਾ ਰੋਲ ਨਿਭਾਉਂਦੀ ਆ। ਇੱਥੇ ਮੈਨੂੰ ਯਾਦ ਆ ਰਿਹਾ ਕਿ ਕਿਉਂਕਿ ਜਿਹੜੇ ਕਲਚਰ ਦੇ ਵਿੱਚੋਂ ਮੈਂ ਆਈ ਹਾਂ, ਭੈਣ ਇੱਕ ਭਰਾ ਦੇ ਉੱਤੇ ਰੱਖੜੀ ਬੰਨ੍ਹਦੀ, ਹੱਥ ਦੇ ਉੱਤੇ ਇਹ ਰੱਖੜੀ ਬੰਨ੍ਹਦੀ ਆ ਕਿ ਮੇਰੇ ਭਰਾ ਨੂੰ ਹਰ ਤਰ੍ਹਾਂ ਦੀ ਕੋਈ ਵੀ ਜਿਹੜੀ ਬਲਾ ਆ ਉਹ ਨਾ ਆਵੇ, ਤੇ ਮੇਰੀ ਇਹ ਜਿਹੜਾ ਧਾਗਾ ਆ ਰੱਖ ਦਾ, ਇਹਨੇ ਉਹਨੂੰ ਹਰ ਬਲਾ ਤੋਂ ਪ੍ਰੋਟੈਕਟ ਕਰਨਾ ਹੈ, ਤੇ ਉਹਨੂੰ ਮੌਤ ਵੀ ਉਹਨੂੰ ਨਹੀਂ ਮਾਰੂਗੀ, ਕਿਉਂਕਿ ਮੈਂ ਉਹਦੇ ਕਲਾਈ ਦੇ ਉੱਤੇ ਇੱਕ ਧਾਗਾ ਬੰਨਿਆ ਹੋਇਆ ਜਿਹਦੇ ਨਾਲ ਉਹ ਪ੍ਰੋਟੈਕਟ ਰਹੇਗਾ। ਹੁਣ ਦੇਖੋ ਅਸੀਂ ਬਿਲਕੁਲ ਐਕਸਟ੍ਰੀਮ ਤੇ ਚਲੇ ਗਏ ਹਾਂ। ਉਸ ਔਰਤ ਨੂੰ ਜਿਹੜੀ ਘਰ ਦੇ ਵਿੱਚ ਬੱਚਾ ਪੈਦਾ ਕਰਦੀ ਆ, ਜਿਹੜੀ ਆਪਣੇ ਇੱਕ ਭਰਾ ਭੈਣ ਦੇ ਨਾਲ ਇਸ ਤਰ੍ਹਾਂ ਦਾ ਰਿਲੇਸ਼ਨ ਬਣਦੀ ਆ, ਫਿਰ ਉਹ ਵਾਈਫ ਹੋ ਕੇ ਆਪਣੇ ਹਸਬੈਂਡ ਨੂੰ ਸਪੋਰਟ ਕਰਦੀ ਆ, ਉਹਦੀ ਰੀੜ ਦੀ ਹੱਡੀ ਬਣਦੀ ਆ। ਤੇ ਅਸੀਂ ਦੂਸਰੇ ਪਾਸੇ ਐਕਸਟ੍ਰੀਮ ਤੇ ਦੇਖ ਰਹੇ ਕਿ ਅੱਜ ਉਹੀ ਔਰਤਾਂ ਜਿਹੜੀਆਂ ਉਹ ਸਾਨੂੰ ਆਪਣੀ ਘਰ ਦੀ ਜ਼ਿੰਦਗੀ ਦੇ ਵਿੱਚ ਨਹੀਂ ਨਜ਼ਰ ਆ ਰਹੀਆਂ ਪਾਰਟੀਸਪੇਟ ਕਰਦੀਆਂ, ਬਲਕਿ ਸਾਨੂੰ ਕਾਲਜਿਸ ਵਿੱਚ, ਸਕੂਲ ਦੇ ਵਿੱਚ, ਹੋਰ ਬਾਹਰ ਵਰਕ ਪਲੇਸ ਦੇ ਵਿੱਚ, ਹੋਰ ਥਾਵਾਂ ਦੇ ਉੱਤੇ ਸਾਨੂੰ ਉਹਨਾਂ ਦਾ ਜਿਹੜਾ ਰੋਲ ਆ ਉਹ ਨਜ਼ਰ ਆ ਰਿਹਾ। Add to this steady stream of conscious and sub-unconscious attack by the media related at the foundation of marriage, soap operas, movies, magazines, blogs, news, fashion, music, groups and ethnic parties. ਇਹਦਾ ਸਾਰਾ ਜਿਹੜਾ ਮੇਨ ਮਕਸਦ ਹੈਗਾ ਆ ਇਹ ਕਿ ਜਦੋਂ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਖੁਸ਼ੀ ਨਹੀਂ ਮਿਲਦੀ ਤੇ ਉਹ ਟੈਲੀਵਿਜ਼ਨ ਦੇ ਵਿੱਚ, ਸੋਪ ਓਪਰਾਸ ਦੇ ਵਿੱਚ, ਬਾਹਰਲੀਆਂ ਚੀਜ਼ਾਂ ਦੇ ਵਿੱਚ, ਹੋਰ ਥਾਵਾਂ ਦੇ ਵਿੱਚ ਖੁਸ਼ੀ ਲੱਭਣ ਲਈ ਆਪਣਾ ਆਪ ਜਿਹੜਾ ਉਹ ਅੰਗੇਜ ਕਰ ਦਿੰਦੀ ਹੈ, ਇਨਵੋਲਵ ਕਰ ਦਿੰਦੀ ਹੈ। ਈਚ ਵਨ is a pointed gun firing round after round. Why get married? ਹਰ ਇੱਕ ਜਿਹੜਾ ਪਰਸਨ ਜਿਹੜਾ ਫਿਰ ਉਹ ਜਿੰਨਾ ਤੁਸੀਂ ਜ਼ਿਆਦਾ ਟੈਲੀਵਿਜ਼ਨ ਦੇ ਵਿੱਚ ਜਾਂ ਕਿਸੇ ਚੀਜ਼ 'ਚ ਇਨਵੋਲਵ ਹੁੰਦੇ, ਉਹਨੇ ਜ਼ਿਆਦਾ ਬੁਲਟ ਜਿਹੜੇ ਆ, ਮੈਂ ਇੱਥੇ ਬੁਲਟ ਪ੍ਰੂਫ ਦੀ ਗੱਲ ਕੀਤੀ ਨਾ ਪਹਿਲਾਂ ਕਿ ਬੁਲਟ ਪ੍ਰੂਫ ਹੋਣਾ ਚਾਹੀਦਾ ਸਾਡੀ ਸ਼ਾਦੀशुदा ਜ਼ਿੰਦਗੀ ਨੂੰ, ਉਹਨੇ ਜ਼ਿਆਦਾ ਬੁਲਟ ਤੁਹਾਡੀ ਜ਼ਿੰਦਗੀ ਦੇ ਉੱਤੇ ਵੱਜਦੇ ਆ ਕਿ ਸ਼ਾਦੀ ਦਾ ਮਕਸਦ ਹੀ ਕੀ ਹੈ, ਸ਼ਾਦੀ ਕਰਨੀ ਕਿਉਂ ਚਾਹੀਦੀ ਜਦੋਂ ਉਹਦੇ ਵਿੱਚ ਇੰਨੀਆਂ ਮੁਸ਼ਕਿਲ ਤੇ ਇੰਨੀਆਂ ਪ੍ਰੋਬਲਮਸ। A piece of paper isn't going to make a bit of difference. ਇੱਥੋਂ ਤੱਕ ਕਿਹਾ ਜਾਂਦਾ ਕਿ ਇੱਕ ਛੋਟਾ ਜਿਹਾ ਕਾਗਜ਼ ਕਿੰਨਾ ਕੁ ਵੱਡਾ ਫਰਕ ਤੁਹਾਡੀ ਜ਼ਿੰਦਗੀ 'ਚ ਲਿਆ ਦੇਗਾ। They get married but they really aren't one in truth. ਉਹ ਸ਼ਾਦੀ ਤਾਂ ਉਹਨਾਂ ਨੇ ਕਰ ਲਈ ਪਰ ਉਹ ਇੱਕ ਨਹੀਂ ਹੈਗੇ, ਉਹਨਾਂ ਦਾ ਸੱਚ ਇੱਕ ਨਹੀਂ ਹੈਗਾ, ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਨਾ
ਇੱਕ ਦੂਸਰੇ ਦੇ ਨਾਲ ਯਕੀਨ ਇੱਕ ਨਹੀਂ ਹੈਗਾ। ਉਹਨਾਂ ਨੇ ਠੀਕ ਤਰੀਕੇ ਦੇ ਨਾਲ ਜਿਹੜੇ ਆਪਣੇ ਵਾਉਜ਼ ਮਤਲਬ ਬੰਨੇ ਆ, ਉਹ ਇੱਕ ਦੂਸਰੇ ਦੇ ਨਾਲ ਖੁਦਾ ਦੇ ਵਿੱਚ ਇੱਕ ਦੂਸਰੇ ਨੂੰ ਜਾਣ ਕੇ ਨਹੀਂ, ਬਲਕਿ ਇੱਕ ਦੂਸਰੇ ਦੀ ਪੋਜੀਸ਼ਨ ਨੂੰ ਜਾਣ ਕੇ ਬੰਨੇ। ਦੇ ਗੈਟ ਡਿਵੋਰਸ ਐਂਡ ਮੈਰੀ ਸਮਨ ਐਲਸ। ਉਹਨਾਂ ਦੀ ਸ਼ਾਦੀ ਜਿਹੜੀ ਆ ਉਹ ਬੜੀ ਜਲਦੀ ਇਹਨਾਂ ਜਿਹੜੇ ਇੱਕ ਦੂਸਰੇ ਦੇ ਪੋਜੀਸ਼ਨ ਨੂੰ ਦੇਖ ਕੇ ਹੁੰਦੀ ਆ, ਅਤੇ ਉਹਨੂੰ ਉਦੋਂ ਜ਼ਿਆਦਾ ਤੇਜ਼ ਉਸ ਪੋਜੀਸ਼ਨ ਨੂੰ ਦੇਖ ਕੇ ਟੁੱਟ ਜਾਂਦੀ ਆ। ਬੋਥ ਮੈਨ ਐਂਡ ਵੀਮਨ ਡੂ ਦ ਸੇਮ। ਆਦਮੀਆਂ ਦੇ ਵਿੱਚ ਵੀ ਇਹ ਦੇਖਿਆ ਜਾਂਦਾ ਕਿ ਉਹ ਵੀ ਮਟੀਰੀਅਲਿਸਟਿਕ ਚੀਜ਼ਾਂ ਦੇ ਪਿੱਛੇ ਜਿਹੜੀਆਂ ਮਤਲਬ ਫਿਜ਼ੀਕਲ ਅਟਰੈਕਸ਼ਨ ਅਤੇ ਮਟੀਰੀਅਲਿਸਟਿਕ ਅਟਰੈਕਸ਼ਨ ਜਿਹੜੀ ਆ ਉਹਨਾਂ ਦੇ ਅੱਖਾਂ ਨੂੰ ਜ਼ਿਆਦਾ ਮਤਲਬ ਪਾਉਂਦੀ ਆ। There is no such thing as love, it's all an illusion। ਉਹਨਾਂ ਨੂੰ ਐਕਚੁਅਲੀ ਉਸ ਪਿਆਰ ਦਾ ਜਿਹਦੇ ਬਦਲੇ ਖੁਦਾਵੰਦ ਯਿਸੂ ਨੇ ਆਪਣੀ ਜ਼ਿੰਦਗੀ ਦਿੱਤੀ, ਉਸ ਪਿਆਰ ਦਾ ਉਹਨਾਂ ਨੂੰ ਬਿਲਕੁਲ ਵੀ ਨਹੀਂ ਪਤਾ, ਜਿਹਦਾ ਮਤਲਬ ਹੀ ਖੁਦਾ ਦਾ ਇੱਕ ਨਾਂ ਹੀ ਲਵ ਆ, ਪਿਆਰ ਆ। ਉਹਨਾਂ ਨੂੰ ਉਸ ਪਿਆਰ ਦੀ ਸ਼ਾਇਦ ਫੀਲਿੰਗ ਜਾਂ ਭੁਲੇਖਾ ਜ਼ਰੂਰ ਹੈਗਾ। ਮੈਰਿਜ ਇਜ਼ ਏ ਪ੍ਰਿਜ਼ਨ। ਉਹਨਾਂ ਲਈ ਸ਼ਾਦੀ ਇੱਕ ਜੇਲ੍ਹ ਆ। ਹਾਊ ਕੁਡ ਐਨੀਵਨ ਪੁੱਟ ਅਪ ਵਿਦ ਦ ਸੇਮ person for 20, 30 or 50 years? Marriage is old fashion। ਉਹ ਕਹਿੰਦੇ ਕਿ ਇੱਕੋ ਹੀ ਪਰਸਨ ਦੇ ਨਾਲ ਤੁਸੀਂ 20 ਸਾਲ 25 ਸਾਲ 30 ਸਾਲ ਕਿਵੇਂ ਗੁਜ਼ਾਰ ਲਓਗੇ? ਉਹ ਤਾਂ ਇੱਕ ਫਿਰ ਜੇਲ੍ਹ ਹੋ ਗਈ। ਐਵਰੀ ਡੇ ਨਿਊ ਐਂਟੀ ਮੈਰਿਜ ਆਰਗੂਮੈਂਟ ਇਜ਼ ਕ੍ਰੀਏਟਡ। ਹਰ ਰੋਜ਼ ਇੱਕ ਨਵੀਂ ਜਿਹੜੀ ਆ ਉਹ ਆਰਗੂਮੈਂਟ ਜਿਹੜੀ ਕ੍ਰੀਏਟ ਹੋ ਜਾਂਦੀ ਹੈ ਕਿ ਕਿਉਂ ਇਹਨੂੰ ਨਹੀਂ ਹੋਣਾ ਚਾਹੀਦਾ। ਇਫ ਯੂ ਵੈਲਿਊ ਯੂਰ ਰਿਲੇਸ਼ਨਸ਼ਿਪ ਐਂਡ ਡੂ ਨਾਟ ਵਾਂਟ ਟੂ ਬਿਕਮ ਜਸਟ another static, bulletproof your marriage is the key for survival. It's the time to defend and protect your most precious investment before it's too late. Let's fight for this. If you're genuinely committing to bulletproofing your relationship, then start to follow advice and tasks that we recommend today. ਅਗਰ ਅਸੀਂ ਆਪਣੀ ਮੈਰਿਜ ਨੂੰ ਬੁਲਟ ਪ੍ਰੂਫ ਕਰਨਾ ਆ ਤੇ ਸਾਨੂੰ ਇਹ ਸਾਰਾ ਜਿਹੜਾ ਮੈਂ ਲੈਸਨ ਦਿੱਤਾ ਆ ਇਹਦੇ ਤੋਂ ਬਚਣ ਦੀ ਲੋੜ ਆ। ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਰਾ ਤੇ ਇਬਰਾਹਿਮ ਵਰਗੇ ਲੋਕਾਂ ਦੀ ਮੈਰਿਜ ਦੇਖਣ ਦੀ ਲੋੜ ਆ, ਜਿਹਨੇ ਆਪਣੀ ਵਾਈਫ ਨੂੰ ਬਚਾਉਣ ਲਈ ਕਿ ਉਹਨੂੰ ਕੋਈ ਹੋਰ ਨਾ ਲੈ ਜਾਵੇ, ਉਹਦਾ ਪਹਿਲਾ ਰਿਸ਼ਤਾ ਵੀ ਡਿਕਲੇਅਰ ਕਰ ਦਿੱਤਾ ਕਿ ਇਹ ਮੇਰੀ ਭੈਣ ਹੈ, ਕਿ ਅਗਰ ਮੈਂ ਇਹਨੂੰ ਭੈਣ ਕਹਿ ਦੇਵਾਂਗਾ ਤਾਂ ਉਹ ਨਹੀਂ ਮਤਲਬ ਉਹ ਮੈਨੂੰ ਵੀ ਨਹੀਂ ਮਾਰਨਗੇ ਅਤੇ ਇਹਨੂੰ ਵੀ ਜ਼ਬਰਦਸਤੀ ਨਹੀਂ ਲੈ ਕੇ ਜਾਣਗੇ, ਮੇਰੇ ਕੋਲ ਪਰਮਿਸ਼ਨ ਲੈਣਗੇ। ਫਿਰ ਅਸੀਂ ਦੇਖਦੇ ਹਾਂ ਕਿ ਅੱਗੇ ਆ ਕੇ ਅਸੀਂ ਦੇਖਦੇ ਹਾਂ ਹੈਨਾ, ਉਹ ਸੈਕਿੰਡ ਵਾਈਫ ਸੀਗੀ ਆਪਣੇ ਹਸਬੈਂਡ ਦੀ, ਅਤੇ ਉਹਨੇ ਜਦੋਂ ਮਤਲਬ ਬੱਚਾ ਉਹਦੇ ਹੋਇਆ। ਫਿਰ ਅਸਤਰ ਦੀ ਮੈਰਿਜ ਦੇਖਦੇ ਹਾਂ, ਸੈਮੂਅਲ ਜਿਹੜਾ ਕਿ ਉਹਦਾ ਬੱਚਾ ਸੀ। ਅਸਤਰ ਦੀ ਦੇਖਦੇ ਹਾਂ ਕਿ ਉਹਦੀ ਮੈਰਿਜ ਉਹਦੇ ਇੱਕ ਉਹ ਔਫਨ ਸੀਗੀ, ਮਤਲਬ ਉਹਦੇ ਦੋਨੇ ਪੇਰੈਂਟ ਮਰੇ ਹੋਏ ਸੀਗੇ, ਪਰ ਇਹਦੇ ਬਾਵਜੂਦ ਉਹਦੇ ਚਾਚੇ ਨੇ ਉਹਨੂੰ ਪਾਲਿਆ ਅਤੇ ਉਹ ਇੱਕ ਕੁਈਨ ਬਣੀ, ਐਂਡ ਕੁਈਨ ਬਣ ਕੇ ਉਹਨੇ ਸਾਰੀ ਯਹੂਦੀ ਕੌਮ ਨੂੰ ਬਚਾ ਲਿਆ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮੈਰਿਜ ਜਿਹੜੀ ਸਕਸੈਸਫੁਲ ਹੈਗੀ ਉਹ ਉਹਨਾਂ ਲੋਕਾਂ ਦੀ ਹੋਈ ਆ ਜਿਨ੍ਹਾਂ ਨੇ ਇੱਕ ਦੂਸਰੇ ਨੂੰ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਮਟੀਰੀਅਲਿਸਟਿਕ ਚੀਜ਼ਾਂ ਨੂੰ ਛੱਡ ਕੇ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਇੱਕ ਦੂਸਰੇ ਨੂੰ ਜੈਨਰਲੀ ਅਪਣਾਇਆ। ਸੋ ਅਸੀਂ ਦੇਖਦੇ ਹਾਂ ਕਿ ਸਾਨੂੰ ਅਗਰ ਆਪਣੀ ਰਿਲੇਸ਼ਨਸ਼ਿਪ ਨੂੰ ਬੁਲਟ ਪ੍ਰੂਫ ਕਰਨਾ ਚਾਹੀਦਾ, ਬਚਾਉਣਾ ਚਾਹੀਦਾ, ਅਤੇ ਸਾਨੂੰ ਇਹ ਡਿਫਰੈਂਸ ਕਰਨਾ ਆਪਣੀ ਜ਼ਿੰਦਗੀ 'ਚ ਆਉਣਾ ਚਾਹੀਦਾ ਕਿ ਕੀ ਸਾਡੀ ਜਿਹੜੀ ਸ਼ਾਦੀशुदा ਜ਼ਿੰਦਗੀ ਆ ਉਹ ਖੁਦਾਵੰਦ ਯਿਸੂ ਮਸੀਹ ਦਾ ਪਿਆਰ ਉਹਦੀ ਲੀਡ ਕਰ ਰਿਹਾ, ਜਾਂ ਫਿਰ ਕਿਸੇ ਦੁਨੀਆਦਾਰੀ ਦਾ ਜਿਹੜਾ ਹੋਰ ਕੋਈ ਰਿਸ਼ਤਾ ਆ ਉਹ ਉਹਨੂੰ ਲੀਡ ਕਰ ਰਿਹਾ, ਜਾਂ ਕੋਈ ਦੁਨੀਆਦਾਰੀ ਦਾ ਲਾਲਚ, ਜਾਂ ਫਿਰ ਕੋਈ ਹੋਰ। ਕੀ ਅਸੀਂ ਸੋਨੇ ਦੀ ਭਾਲ ਪਿੱਛੇ ਜਿਹੜਾ ਕਿ ਸੱਚਾ ਸੋਨਾ ਜੋ ਖੁਦਾਵੰਦ ਨੇ ਸਾਨੂੰ ਦੱਸਿਆ ਕਿ ਸੋਨਾ ਸਾਡਾ ਜਿਹੜਾ ਪਿਆਰ ਆ ਕਿ ਅਸੀਂ ਉਹ ਸੋਨਾ ਹੈ, ਜਾਂ ਫਿਰ ਉਹ ਐਕਚੁਅਲੀ ਹੈਗਾ ਆ ਪਿੱਤਲ ਆ ਜਾਂ ਕੋਈ ਹੋਰ ਚੀਜ਼ ਆ ਜਿਹਦੇ ਪਿੱਛੇ ਅਸੀਂ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਮਤਲਬ ਲਾ ਦਿੱਤਾ ਹੋਇਆ। ਸੋ ਮੈਂ ਆਸ ਕਰਦੀ ਹਾਂ ਕਿ ਅੱਜ ਦਾ ਜਿਹੜਾ ਮੈਂ ਸ਼ੁਰੂ ਕੀਤਾ ਇਸ ਮੈਰਿਜ ਲਾਈਫ ਔਰ ਸੈਟੈਨਿਕ ਲਾਈਫ, ਇਹਦੇ ਜਿਹੜੇ ਮੈਂ ਚੈਪਟਰ ਸ਼ੁਰੂ ਕੀਤੇ ਆ, ਤੁਸੀਂ ਇਹਨੂੰ ਇੰਜੋਏ ਕਰੋਗੇ, ਇਹ ਤੋਂ ਸਿੱਖੋਗੇ, ਸਮਝੋਗੇ, ਤਾਂ ਕਿ ਮੈਂ ਅਗਲੇ ਸੈਸ਼ਨ ਦੇ ਵਿੱਚ ਤੁਹਾਡੇ ਵਾਸਤੇ ਕੁਛ ਹੋਰ ਡਿਫਰੈਂਟ ਜਿਹੜੇ ਇਹਦੇ ਜਿਹੜੇ ਸਟੈਟਿਸਟਿਕਸ ਆ, ਮਤਲਬ ਫੈਕਟਸ ਆ, ਉਹ ਲੈ ਕੇ ਆ ਸਕਾਂ। ਥੈਂਕ ਯੂ ਇਨ ਦ ਨੇਮ ਆਫ ਲਾਰਡ ਜੀਸਸ ਕ੍ਰਾਈਸਟ, ਆਮੀਨ।